किते ना किते कोताही हुई है, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਆਪਣੇ ਸਮੇਂ ਦੇ ਅੰਦਰ ਕਾਂਗਰਸ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਰਹਿ ਚੁੱਕੇ ਨੇ, ਉਹਨਾਂ ਵੱਲੋਂ ਕੱਲ ਜਿਸ ਤਰ੍ਹਾਂ ਗਵਰਨਰ ਸਾਹਿਬ ਕੋਲ ਜਾ ਕੇ ਪਾਰਟੀ ਦੇ ਖਿਲਾਫ ਜਿਹੜੇ ਬਿਆਨਬਾਜ਼ੀ ਕੀਤੀ ਗਈ ਹੈ, ਮੈਂ ਸਮਝਦਾ ਇੱਕ ਬਹੁਤ ਹੀ ਅਫਸੋਸਜਨਕ ਬੜਾ ਮੰਦਭਾਗੀ ਘਟਨਾ ਹੋਈ ਹੈ। ਜਿਸ ਕਿਸਮ ਦਾ ਉਹਨਾਂ ਦਾ ਰਵੱਈਆ ਰਿਹਾ ਹੈ, ਮੈਂ ਇੰਨਾ ਹੀ ਕਹਿਣਾ ਚਾਹੂੰਗਾ, ਕੱਲ ਉਹਨਾਂ ਨੇ ਲਕਸ਼ਮਣ ਰੇਖਾ ਪਾਰ ਕਰ ਜਿਹੜੇ ਲੋਕ ਜਿਸ ਥਾਲੀ 'ਚ ਬੈਠ ਕੇ ਖਾਂਦੇ ਉਸ ਥਾਲੀ ਦੇ ਅੰਦਰ ਹੀ ਛੇਕ ਕਜੇ ਕਰਨ ਲੱਗ ਜਾਣ, ਉਹਨੂੰ ਰਾਜਨੀਤੀ ਦਾ ਕੀ ਮੈਂ ਸਮਝਦਾ ਸਮਾਜ ਦੇ ਅੰਦਰ ਵੀ ਕਿਤੇ ਕਿਸੇ ਕਿਸਮ ਦੀ ਇੱਜ਼ਤ ਨਹੀਂ ਮਿਲਦੀ, ਉਹਨਾਂ ਨੂੰ ਤਿਰਸਕਾਰ ਕੀਤਾ ਜਾਂਦਾ ਹੈ। ਕਿਉਂਕਿ ਸਰਕਾਰ ਕੰਨਿਓ ਪਾਰਟੀ ਕੰਨਿਓ ਉਹਨਾਂ ਨਾਲ ਸਾਡੀ ਸਾਰਿਆਂ ਦੀ ਸਾਨੂਭੂਤੀ ਹੈ। ਸਾਰਾ ਪੰਜਾਬ ਉਹਨਾਂ ਪਰਿਵਾਰਾਂ ਨਾਲ ਉਹਨਾਂ ਦਾ ਦੁੱਖ ਸਾਂਝਾ ਕਰਦਾ ਹੈ। ਉੱਥੇ ਹੀ ਉਹਨਾਂ ਪਰਿਵਾਰਾਂ ਨੂੰ ਮੈਂ ਆਸ਼ਵਾਸਨ ਦੇਣਾ ਚਾਹੁੰਦਾ ਕਿ ਕਾਂਗਰਸ ਸਰਕਾਰ ਤਰਫ ਤੋਂ ਕੋਈ ਵੀ ਕਿਸੇ ਕਿਸਮ ਦੀ ਕਮੀ ਜਾਂ ਕੋਤਾਹੀ ਨਹੀਂ ਰਹਿਣ ਦਿੱਤੀ ਜਾਊਗੀ, ਤਾਂ ਕਿ ਇਹ ਜਿਹੜੇ ਅਪਰਾਧੀ ਹੈ ਜਿਨ੍ਹਾਂ ਨੇ ਇੰਨੇ ਲੋਕਾਂ ਦੇ ਪਰਿਵਾਰ ਉਜਾੜੇ ਹੈ, ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ। ਬਹੁਤ ਹੀ ਅਫਸੋਸਜਨਕ ਘਟਨਾ ਹੈ। ਮੈਂ ਸਮਝਦਾ ਵੀ ਕਿਤੇ ਨਾ ਕਿਤੇ ਕੋਤਾਹੀ ਹੋਈ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰੰਤੂ ਇਸ ਕੋਤਾਹੀ ਦੇ ਜੋ ਵੀ ਕਮੀਆਂ ਸਾਹਮਣੇ ਆਉਣਗੀਆਂ ਉਹਨਾਂ ਸਾਰਿਆਂ ਨੂੰ ਦੂਰ ਕੀਤਾ ਜਾਊਗਾ। ਸਿਸਟਮ ਪੂਰਾ ਇਸ ਤਰ੍ਹਾਂ ਨਾਲ ਦਰੁਸਤ ਕੀਤਾ ਜਾਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਿਸਮ ਦੀ ਕੋਈ ਵੀ ਘਟਨਾ ਨਾ ਵਾਪਰੇ। ਜਿੱਥੇ ਉਹਨਾਂ ਪਰਿਵਾਰਾਂ ਨਾਲ ਇਸ ਮੰਦਭਾਗੀ ਘਟਨਾ ਤੇ ਮੈਂ ਆਪਣਾ ਅਫਸੋਸ ਦੁੱਖ ਸਾਂਝਾ ਕਰਦਾ, ਉੱਥੇ ਹੀ ਮੈਂ ਇੱਕ ਬਹੁਤ ਹੀ ਦੁਖੀ ਮਨ ਦੇ ਨਾਲ, ਮੇਰੇ ਮਨ ਦੇ ਉੱਤੇ ਇੱਕ ਬਹੁਤ ਵੱਡਾ ਬੋਝ ਹੈ। ਪਾਰਟੀ ਦੇ ਇਸ ਜ਼ਿੰਮੇਵਾਰੀ ਜੋ ਕਿ ਪਾਰਟੀ ਅਧਿਕਸ਼ ਦੇ ਤੌਰ ਤੇ ਮੇਰੇ ਤੇ ਜ਼ਿੰਮੇਵਾਰੀ ਹੈ, ਉਹਨੂੰ ਲੈ ਕੇ ਵੀ ਮੈਂ ਸਮਝਦਾ ਵੀ ਕਾਂਗਰਸ ਪਾਰਟੀ ਵਾਸਤੇ ਵੀ ਇੱਕ ਇਟਸ ਅ ਵੈਰੀ ਸੈਡ ਡੇ। ਸਾਡੇ ਬਹੁਤ ਹੀ ਸੀਨੀਅਰ ਲੀਡਰਸ ਜਿਹੜੇ ਆਪਣੇ ਸਮੇਂ ਦੇ ਅੰਦਰ ਕਾਂਗਰਸ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਰਹਿ ਚੁੱਕੇ ਨੇ, ਉਹਨਾਂ ਵੱਲੋਂ ਕੱਲ ਜਿਸ ਤਰ੍ਹਾਂ ਗਵਰਨਰ ਸਾਹਿਬ ਕੋਲ ਜਾ ਕੇ ਪਾਰਟੀ ਦੇ ਖਿਲਾਫ ਜਿਹੜੇ ਬਿਆਨਬਾਜ਼ੀ ਕੀਤੀ ਗਈ ਹੈ, ਮੈਂ ਸਮਝਦਾ ਇੱਕ ਬਹੁਤ ਹੀ ਅਫਸੋਸਜਨਕ ਬੜਾ ਮੰਦਭਾਗੀ ਘਟਨਾ ਹੋਈ ਹੈ। ਜਿਹੜੇ ਖਦਸ਼ੇ ਉਹਨਾਂ ਨੇ ਜ਼ਾਹਿਰ ਕੀਤੇ ਹੈ, ਉਹ ਖਦਸ਼ੇ ਸਰਕਾਰ ਉਹਨਾਂ ਤੇ ਕਾਰਵਾਈ ਕਰ ਰਹੀ ਹੈ, ਪਹਿਲਾਂ ਵੀ ਕਾਰਵਾਈ ਕਰ ਰਹੀ ਹੈ, ਹੁਣ ਵੀ ਕਾਰਵਾਈ ਕੀਤੀ ਜਾਊਗੀ। ਬਟ ਉਹਨਾਂ ਖਦਸ਼ਿਆਂ ਕਰਕੇ ਮੈਂ ਨਹੀਂ ਸਮਝਦਾ ਕਿਸੇ ਨੂੰ ਇਸ ਕਿਸਮ ਦੀ ਛੂਟ ਦਿੱਤੀ ਜਾ ਸਕਦੀ ਹੈ ਕਿ ਉਹ ਪਾਰਟੀ ਦੀ ਅਨੁਸ਼ਾਸਨ ਦੀ ਸਾਰੀ ਮਰਿਆਦਾਵਾਂ ਸਾਰੀਆਂ ਸੀਮਾਵਾਂ ਪਾਰ ਕਰਕੇ ਜਿਸ ਕਿਸਮ ਦਾ ਉਹਨਾਂ ਦਾ ਰਵੱਈਆ ਰਿਹਾ ਹੈ, ਮੈਂ ਇੰਨਾ ਹੀ ਕਹਿਣਾ ਚਾਹੂੰਗਾ, ਕੱਲ ਉਹਨਾਂ ਨੇ ਲਕਸ਼ਮਣ ਰੇਖਾ ਪਾਰ ਕਰ ਬੜੇ ਸੰਜੀਦਗੀ ਨਾਲ ਮੈਂ ਕਹਿ ਰਿਹਾ, ਕਿਉਂਕਿ ਰਾਜ ਨੇ ਵੱਡੇ ਪਰੰਤੂ ਆਹ ਅਧਿਕਾਰ ਕਿਸੇ ਨੂੰ ਨਹੀਂ। ਇਸ ਕਿਸਮ ਦੀਆਂ ਜਿਸ ਦਾਲ ਤੇ ਬੈਠੇ ਹੋ, ਜਿਸ ਸ਼ਾਖ ਤੇ ਬੈਠੇ ਹੋ, ਤੁਸੀਂ ਉਹਨੂੰ ਕੱਟਣ ਲੱਗ ਜਾਓ। ਜਿਹੜੇ ਲੋਕ ਜਿਸ ਥਾਲੀ 'ਚ ਬੈਠ ਕੇ ਖਾਂਦੇ ਉਸ ਥਾਲੀ ਦੇ ਅੰਦਰ ਹੀ ਛੇਕ ਕਜੇ ਕਰਨ ਲੱਗ ਜਾਣ, ਉਹਨੂੰ ਰਾਜਨੀਤੀ ਦਾ ਕੀ ਮੈਂ ਸਮਝਦਾ ਸਮਾਜ ਦੇ ਅੰਦਰ ਵੀ ਕਿਤੇ ਕਿਸੇ ਕਿਸਮ ਦੀ ਇੱਜ਼ਤ ਨਹੀਂ ਮਿਲਦੀ, ਉਹਨਾਂ ਨੂੰ ਤਿਰਸਕਾਰ ਕੀਤਾ ਜਾਂਦਾ ਹੈ। ਪਰ ਕੱਲ ਜੋ ਕੁਝ ਦੁਖਾਂਤ ਜਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਰਵੱਈਆ ਉਹਨਾਂ ਦਾ ਸਾਹਮਣੇ ਆਇਆ ਹੈ, ਬਹੁਤ ਹੀ ਅਫਸੋਸਜਨਕ ਰਵੱਈਆ ਹੈ। ਇਹਦੇ ਮੱਦੇ ਨਜ਼ਰ ਰੱਖਦੇ ਹੋਏ ਮੈਂ ਆਪਣੀ ਤਰਫ ਤੋਂ ਇੱਕ ਰਿਪੋਰਟ ਜਿਹੜੀ ਹੈ ਬਣਾ ਕੇ ਸਾਰੀ ਘਟਨਾਕ੍ਰਮ ਦੀ, ਅੱਜ ਤੋਂ ਨਹੀਂ, ਜਦੋਂ ਕਿਉਂਕਿ ਆ ਕੱਲ ਪਹਿਲੀ ਵਾਰੀ ਨਹੀਂ, ਬਹੁਤ ਹੀ ਜ਼ਿੰਮੇਵਾਰ ਸੀਨੀਅਰ ਸਾਡੇ ਆਗੂ, ਇਸ 'ਚ ਕੋਈ ਕਿਸਮ ਦੀ ਦੋ ਰਾਏ ਨਹੀਂ, ਪਹਿਲਾਂ ਵੀ ਕਈ ਵਾਰ ਇਸ ਕਿਸਮ ਦੀਆਂ ਘਟਨਾਵਾਂ ਹੋਈਆਂ। ਜਦੋਂ ਵੀ ਮੌਕਾ ਆਇਆ ਮੈਂ ਆਈ ਕਿਹਾ ਸੀ ਵੀ ਆਹ ਸੀਨੀਅਰ ਆਗੂ ਹੈਗੇ ਐਂਡ ਨੋਬਡੀ ਨੋਜ਼ ਇਟ ਬੈਟਰ, ਇਹਨਾਂ ਤੋਂ ਚੰਗੀ ਤਰ੍ਹਾਂ ਹੋਰ ਕੋਈ ਨਹੀਂ ਜਾਣਦਾ ਕਿ ਅਗਰ ਇਹਨਾਂ ਦੇ ਕੋਈ ਖਦਸ਼ੇ ਹੈ ਹਾਈ ਕਮਾਂਡ ਕੋਲ ਜਾ ਕੇ, ਚਾਹੇ ਕਾਂਗਰਸ ਪ੍ਰੈਜ਼ੀਡੈਂਟ ਸੋਨੀਆ ਜੀ ਕੋਲ ਜਾਂ ਰਾਹੁਲ ਜੀ ਕੋਲ ਜਾਂ ਉੱਥੇ ਜਿਹੜੇ ਵੀ ਸੀਨੀਅਰ ਲੀਡਰ ਹੈ AICC 'ਚ ਜਾ ਕੇ ਆਪਣੇ ਖਦਸ਼ੇ ਰੱਖ ਸਕਦੇ ਆ, ਉਹਨਾਂ ਦਾ ਪਰਿਵਾਰ ਦੇ ਅੰਦਰ ਬੈਠ ਕੇ ਮਸਲਾ ਹੱਲ ਹੋ ਸਕਦਾ ਹੈ। ਪਰੰਤੂ ਮੈਂ ਦੇਖ ਰਿਹਾ ਵੀ ਅੱਜ ਕੱਲ੍ਹ ਜਿੱਥੇ ਕਰੋਨਾ ਫੈਲਿਆ ਹੈ, ਉੱਥੇ ਇੱਕ ਬਿਮਾਰੀ ਜਿਹੜੀ ਹੈ ਲੋਕਾਂ ਦੇ ਆਪਣੇ ਜਿਹੜੇ ਨਿੱਜੀ ਹਿੱਤਾਂ ਵਾਸਤੇ ਜਿਸ ਥਾਲੀ ਦੇ ਅੰਦਰ ਛੇਦ ਕਰਨਾ ਵਿੱਚ ਖਾਈ ਜਾਂਦੇ, ਉਸੇ 'ਚ ਛੇਦ ਕਰਨ ਦੀ ਜਿਹੜੀ ਹੈ ਪ੍ਰਥਾ ਚੱਲੀ ਹੈ। ਜੋ ਕੁਝ ਰਾਜਸਥਾਨ 'ਚ ਵਾਪਰਿਆ, ਆਈ ਫੀਲ ਦਿਟ ਇਜ਼ ਅ ਕੱਟ ਐਂਡ ਪੇਸਟ ਆਫ ਦ ਸੇਮ ਥਿੰਗ, ਉਸੇ ਦੀ ਇਜ਼ ਅ ਰੈਪਲੀਕੇਸ਼ਨ ਆਫ ਦੈਟ ਓਨਲੀ। ਕੁਝ ਲੋਕਾਂ ਦੇ, ਕੁਝ ਨੇਤਾਵਾਂ ਦੀ ਫਰਸਟ੍ਰੇਸ਼ਨ, ਕੁਝ ਨੇਤਾਵਾਂ ਦਾ
ਜਿਹੜਾ ਸੰयम ਖੋ ਬੈਠੇ ਉਹ ਇਸ ਕਿਸਮ ਦੀਆਂ ਹਰਕਤਾਂ ਕਰ ਰਹੇ ਹੈ। ਕਿਉਂਕਿ ਮੈਂ ਇੱਕ ਘਟਨਾ ਦੇ ਰਾਹੀਂ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦਾ, ਕਿਉਂਕਿ ਬਹੁਤ ਹੀ ਦੋਨੋਂ ਸਾਡੇ ਜਿਹੜੇ ਲੀਡਰ ਹੈ ਬੜੇ ਸੀਨੀਅਰ ਲੀਡਰ ਹੈ, ਤੇ ਮੈਂ ਲੋਕਾਂ ਦਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ। ਜਨਵਰੀ 2020 ਅੱਜ ਤੋਂ ਬੱਚਿਆਂ ਦੀ ਹੋਈ ਸੀਗੀ ਕਿਸੇ ਇਨਫੈਕਸ਼ਨ ਕਰਕੇ ਜਾਂ ਇਨਕੂਬੇਟਰ ਦੀ ਕੋਈ ਪ੍ਰੋਬਲਮ ਸੀਗੀ। ਉਸ ਸਮਾਂ ਵੀ ਉੱਥੇ ਕਈ ਲੋਕ ਜਿਹੜੇ ਚੀਫ ਮਿਨਿਸਟਰ ਬਣਨ ਦੇ ਵਾਸਤੇ ਉਤਾਵਲੇ ਸੀ, ਉਹਨਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ। ਉਹਦਾ ਅੰਤ ਨਤੀਜਾ ਹੋਇਆ ਵੀ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ, ਜਿਹੜਾ ਲੈ ਕੇ ਅੱਜ ਖਰੀਦੋ ਮੁਕਤ ਰਾਜਸਥਾਨ ਚੱਲ ਰਹੀ ਹੈ। ਉਸ ਰਾਜਸਥਾਨ ਦੇ ਅੰਦਰ ਚੱਲ ਰਹੀ ਹੈ ਜਿਸ ਰਾਜਸਥਾਨ ਸੂਬੇ ਨੇ ਕੋਰੋਨਾ ਦੇ ਉੱਤੇ ਨਕੇਲ ਉਹੀ ਹੈਲਥ ਡਿਪਾਰਟਮੈਂਟ ਹੈ, ਉਹੀ ਰਾਜਸਥਾਨ ਸਰਕਾਰ ਹੈ, ਉਹੀ ਗਹਿਲੋਤ ਸਾਹਿਬ ਤੇ ਕਾਂਗਰਸ ਦੀ ਸਰਕਾਰ ਹੈ, ਜਿਹਨੇ ਉਸੇ ਕੋਟਾ ਸ਼ਹਿਰ ਦੇ ਅੰਦਰ ਜਿੱਥੋਂ ਹਜ਼ਾਰਾਂ ਪ੍ਰਵਾਸੀ ਜਿਹੜੇ ਸਟੂਡੈਂਟਸ ਉੱਥੇ ਇਹ ਮੁਲਕ ਦੇ ਦੂਜੇ ਹਿੱਸਿਆਂ 'ਚ ਭੇਜਿਆ। ਪਰੰਤੂ ਸਾਡੇ ਕਈ ਜਿਹੜੇ ਸੋ ਕਾਲਡ ਨੌਜਵਾਨ ਲੀਡਰ ਸੀਗੇ, ਉਹਨਾਂ ਦੇ ਕਾਲ ਕੁਝ ਜ਼ਿਆਦਾ ਸੀਗੀ, ਆਪਣੀ ਪਾਰਟੀ ਦੀ ਮਰਿਆਦਾਵਾਂ ਨੂੰ ਤੋੜ ਕੇ ਉਹਨਾਂ ਲੋਕਾਂ ਨੇ ਇਸ ਕਿਸਮ ਦੀ ਗੁਸਤਾਖੀ ਕੀਤੀ, ਜਿਹਦਾ ਖਾਮਿਆਜ਼ਾ ਅੱਜ ਭੁਗਤਣਾ ਪੈ ਰਿਹਾ। ਮੈਂ ਕਾਂਗਰਸ ਅਧਿਕਸ਼ਾ ਸੋਨੀਆ ਜੀ ਨੂੰ ਆਹ ਲਿਖਿਆ ਵੀ ਇਸ ਕਿਸਮ ਨੂੰ ਦੁਬਾਰਾ ਨਾ ਦੁਹਰਾਇਆ ਜਾਵੇ, ਇਹਨਾਂ ਲੋਕਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। ਜੋ ਲੋਕ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਦਾ ਨੁਮਾਇੰਦਾ ਦੱਸ ਰਹੇ ਆ, ਮੈਂ ਉਹਨਾਂ ਦਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਵੀ ਉਹ ਕਿਸੇ ਡਾਇਰੈਕਟ ਵੋਟ ਤੋਂ ਚੁਣ ਕੇ ਨਹੀਂ ਭੇਜੇ ਗਏ। ਉਹ ਲੋਕਾਂ ਦੀ ਨੁਮਾਇੰਦਗੀ ਰਾਜ ਸਭਾ 'ਚ ਨਹੀਂ ਕਰ ਰਹੇ, ਉਹ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹੈ। ਕਾਂਗਰਸ ਪਾਰਟੀ ਦੀ ਬਦੌਲਤ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਉੱਥੇ, ਵਟਐਵਰ ਵੈਦਰ ਇਟ ਵਾਸ ਇਨਡਾਇਰੈਕਟ ਇਲੈਕਸ਼ਨ ਜਾਂ ਜੋ ਵੀ ਹੈ, ਪਰ ਕਾਂਗਰਸ ਪਾਰਟੀ ਕਾਂਗਰਸ ਅਧਿਕਸ਼ ਜਦੋਂ ਰਾਹੁਲ ਜੀ ਸੀ, ਮੈਡਮ ਸੋਨੀਆ ਗਾਂਧੀ ਸੀ, ਉਹਨਾਂ ਦੇ ਕਰਕੇ ਅੱਜ ਬੈਠੇ ਹੈ। ਤੇ ਅੱਜ ਜੋ ਕੁਛ ਇਹਨਾਂ ਨੇ ਕੀਤਾ, ਮੈਂ ਸਮਝਦਾ ਜਿੱਥੇ ਪਾਰਟੀ ਦੀ ਪਿੱਠ 'ਚ ਛੁਰਾ ਮਾਰਨ ਵਾਲਾ ਕੰਮ ਕੀਤਾ ਹੈ, ਉਹੀ ਉਹਨਾਂ ਮੈਡਮ ਸੋਨੀਆ ਗਾਂਧੀ ਜੀ ਤੇ ਰਾਹੁਲ ਜੀ ਦੇ ਵਿਸ਼ਵਾਸਘਾਤ ਦਾ ਜਿਹੜਾ ਅੱਜ ਕੰਮ ਕੀਤਾ, ਬਹੁਤ ਹੀ ਮੰਦਭਾਗਾ। ਆਈ ਐਮ ਸੇਇੰਗ ਇਟ ਵਿਦ ਅ ਵੈਰੀ ਹੈਵੀ ਹਾਰਟ। ਮੇਰੇ ਅੱਜ ਦਿਲ ਤੇ ਇਸ ਗੱਲ ਦਾ ਬੜਾ ਬੋਝ ਹੈ, ਪਰੰਤੂ ਇਹ ਗੱਲ ਝੁਠਲਾਈ ਨਹੀਂ ਜਾ ਸਕਦੀ ਵੀ ਇਸ ਕਿਸਮ ਦਾ ਜਿਹੜਾ ਰਵੱਈਆ ਹੈ ਉਹ ਟੋਲਰੇਟ ਨਹੀਂ ਕੀਤਾ ਜਾਊਗਾ। ਮੈਂ ਕਿਸੇ ਦੂਜੀ ਪਾਰਟੀ ਦੇ ਉੱਤੇ ਲਾਂਛਨ ਨਹੀਂ ਲਾਣਾ ਚਾਹੁੰਦਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਆ ਰਹੀ ਸੀ। ਕਿਉਂਕਿ ਕੱਲ ਵੀ ਮੇਰੇ ਕੋਲ ਕਈ ਪੱਤਰਕਾਰ ਸਾਥੀਆਂ ਨੇ ਪੁੱਛਿਆ ਵੀ ਤੁਸੀਂ ਜਦੋਂ ਐਗਰੀਕਲਚਰ ਦੇ ਜਿਹੜੇ ਆਰਡੀਨੈਂਸਿਸ ਲੈ ਕੇ ਆਏ ਸੀ ਤੇ ਸਾਡੇ ਸਾਰੇ ਇਹਨੂੰ ਲੈ ਕੇ ਦੇਸ਼ ਦੇ ਅੰਦਰ ਗਵਰਨਰਸ ਨੂੰ ਅਸੀਂ ਮਿਲਣ ਦਾ ਪ੍ਰਯਾਸ, ਅਸੀਂ ਵੀ ਕੀਤਾ ਪ੍ਰਯਾਸ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੂੰ, ਤਾਂ ਸਾਨੂੰ ਇੱਕੋ ਹੀ ਜਵਾਬ ਮਿਲਿਆ ਸੀਗਾ, ਗਵਰਨਰ ਸਾਹਿਬ ਕੋਰੋਨਾ ਕਰਕੇ ਕਿਸੇ ਨੂੰ ਮਿਲ ਨਹੀਂ ਰਹੇ। ਇਸੇ ਤਰ੍ਹਾਂ ਹੀ ਜਦੋਂ ਅਕਾਲੀ ਦਲ ਦੇ ਪ੍ਰਧਾਨ ਹੋਰਾਂ ਨੇ ਟਾਈਮ ਮੰਗਿਆ ਤਾਂ ਜਦੋਂ ਇਹਨਾਂ ਨੂੰ ਮਿਲਣ ਦਾ ਟਾਈਮ ਦਿੱਤਾ ਗਿਆ ਤੇ ਲੋਕਾਂ ਨੇ ਤਰ੍ਹਾਂ ਲਾਈਆਂ। ਮੈਂ ਇੰਨਾ ਹੀ ਕਹੂੰਗਾ, ਮੇਰਾ ਕਿਸੇ ਤੇ ਦੋਸ਼ ਨਹੀਂ, ਮੈਂ ਤਾਂ ਇੰਨਾ ਕਹੂੰਗਾ ਵੀ ਮਾਨਯੋਗ ਅਮਿਤ ਸ਼ਾਹ ਜੀ ਜਿਹਨੂੰ ਕੱਲ ਪੋਜ਼ਿਟਿਵ ਉਹਨਾਂ ਦਾ ਰਿਜ਼ਲਟ ਉਹਨਾਂ ਦਾ ਆਇਆ ਟੈਸਟ ਦੇ ਵਿੱਚ, ਆਈ ਵਿਸ਼ ਹਿਮ ਸਪੀਡੀ ਰਿਕਵਰੀ, ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ। ਪਰ ਉਹਨਾਂ ਨੂੰ ਮੈਂ ਇੱਕ ਦਾਤ ਵੀ ਦੇਣਾ ਚਾਹੂੰਗਾ, ਬੰਦੇ ਦੀ ਪਰਖ ਬਹੁਤ ਉਹਨੂੰ, ਆਦਮੀ ਦੀ ਔਕਾਤ ਪਛਾਣ ਦੀ ਜਿਹੜੀ ਉਹਨਾਂ ਦੀ ਖਮਤਾ ਹੈ, ਮੈਂ ਉਹਦੀ ਦਾਤ ਦੇਵਾਂਗਾ। ਉਹਨਾਂ ਨੇ ਆਪ ਦੇਖ ਲਿਆ ਵੀ ਅਗਰ ਕਿਸੇ ਆਦਮੀ ਨੂੰ ਆਪਣੀ ਮਾਂ ਪਾਰਟੀ ਦੇ ਖਿਲਾਫ ਉਕਸਾਉਣ ਵਾਸਤੇ ਸਿਰਫ 4 ਗਨਮੈਨ ਹੋਰ ਦਿੱਤੇ ਜਾਣ ਤੇ ਉਹ ਆਪਣੀ ਪਾਰਟੀ ਦੇ ਖਿਲਾਫ ਅਗਰ ਕਰਨ ਲੱਗ ਜੂਗਾ, ਉਹਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੀ। ਪਰੰਤੂ ਮੈਂ ਉਹਨਾਂ ਨੂੰ ਇਸ ਗੱਲ ਦਾ ਦੋਸ਼ ਨਹੀਂ ਦਿੰਦਾ। ਕਮਜ਼ੋਰੀ ਸਾਡੀ ਹੈ ਵੀ ਸਾਡੇ ਕੋਲ ਇਹ ਜਿਹੇ ਲੀਡਰ ਸੀ ਜਿਨ੍ਹਾਂ ਤੇ ਪੂਰਾ ਯਕੀਨ ਰਾਹੁਲ ਜੀ ਨੇ ਕੀਤਾ। ਸਾਰੀ ਪੰਜਾਬ ਕਾਂਗਰਸ, ਸਾਰਾ ਪੰਜਾਬ ਦਾ ਵਰਕਰ ਇੱਕ ਪਾਸੇ ਸੀਗਾ, ਪਰ ਉਸ ਵਿਅਕਤੀ ਨੂੰ ਇੱਥੇ 3.5 ਸਾਲ ਤਾਈਂ ਕਾਂਗਰਸ ਦਾ ਅਧਿਕਸ਼ ਬਣਾ ਕੇ ਰੱਖਿਆ, ਰਾਜ ਸਭਾ ਦਾ ਮੈਂਬਰ ਬਣਾਇਆ। ਉਹ ਰਾਹੁਲ ਗਾਂਧੀ ਦੇ ਨਹੀਂ ਹੋ ਸਕੇ ਤੇ 4 ਗਨਮੈਨ CISF ਦੇ ਲੈ ਕੇ ਅੱਜ BJP ਦੇ ਇਸ਼ਾਰਿਆਂ ਤੇ ਤੁਰ ਗਏ। ਅਮਿਤ ਸ਼ਾਹ ਜੀ ਨੂੰ ਦੋਸ਼ ਨਹੀਂ, ਦੋਸ਼ ਉਹਨਾਂ ਲੋਕਾਂ ਦੇ ਕਿਰਦਾਰ ਤੇ ਹੈ ਜਿਨ੍ਹਾਂ ਨੇ ਐਡਾ ਵੱਡਾ ਅੱਜ ਪਾਰਟੀ ਦੇ ਨਾਲ ਧੋਖਾ ਕੀਤਾ ਹੈ। ਜਿਹੜਾ ਮਸਲਾ ਉਹਨਾਂ ਨੇ ਚੱਕਿਆ ਵਾਕਈ ਬੜਾ ਗੰਭੀਰ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਇਸ ਕਿਸਮ ਦੇ ਮਸਲੇ ਤਾਂ ਅੱਜ ਅਖਬਾਰ ਦੇ ਅੰਦਰ ਮੈਂ ਸਨੀ ਦਿਓਲ ਜੀ ਦੀ ਵੀ ਟਿੱਪਣੀ ਦੇਖੀ ਹੈ, ਜਿਨ੍ਹਾਂ ਨੇ ਬੜੀ ਚਿੰਤਾ ਜ਼ਾਹਿਰ ਕੀਤੀ ਹੈ ਨਕਲੀ ਸ਼ਰਾਬ ਨੂੰ ਲੈ ਕੇ। ਜਿੰਨੀ ਖੋਖਲੀ ਚਿੰਤਾ ਸਨੀ ਦਿਓਲ ਤੇ ਹੋਰਾਂ ਦੀ ਹੈਗੀ, ਉਨੀ ਖੋਖਲੀ ਸਾਡੇ ਜਿਹੜੇ 2 ਆਨਰੇਬਲ ਮੈਂਬਰ ਸਾਹਿਬਾਨ, ਮੈਂਬਰ ਪਾਰਲੀਮੈਂਟ, ਰਾਜ ਸਭਾ, ਸੀਨੀਅਰ ਲੀਡਰ, ਉਹਨਾਂ ਦੀ ਵੀ ਅੱਜ ਖੋਖਲੀ ਇਸ ਕਰਕੇ ਕਹਿ ਰਹੇ ਹਾਂ ਕਿ ਉਹਨਾਂ ਨੇ ਪਿਛਲੇ ਆਪਣੇ ਕਾਰਜਕਾਲ ਦੇ ਦੌਰਾਨ ਕਿਹੜਾ ਮੁੱਦਾ ਪੰਜਾਬ ਦਾ ਰਾਜ ਸਭਾ 'ਚ ਉਠਾਇਆ ਜਦੋਂ ਉਹਨਾਂ ਨੇ ਇੰਨੀ ਚਿੰਤਾ ਜ਼ਾਹਿਰ ਕੀਤੀ ਹੈ। ਤਾਜ਼ਾ
पूरे पंजाब की होंद का सवाल है, पंजाब की किसानी का सवाल है। ऑर्डीनेंस एग्रीकल्चर का काला कानून लैके एक आवाज़ नहीं कढ़ी। पंजाब के कोविड नूं लैके कोरोना नूं लैके पंजाब वास्ते एक्सट्रा ग्रांट लैण वास्ते किहड़े दिन अमित शाह जी नूं मिल के आए, किहड़े दिन प्रधानमंत्री जी नूं मिल के आए जिहड़े अज कह रहे हैं भी असीं जाके अमित शाह जी नूं मिलांगे, प्रधानमंत्री जी नूं मिलांगे। किहड़े दिन जाके पंजाब का बनदा जिहड़ा GST है ਉਹਦੇ वास्ते जाके इन्होंने चिंता जाहिर की अमित शाह जी को। किहड़े दिन इन्होंने अज जिहड़े एनफोर्समेंट डायरैक्टरेट की गल कर रही है, मैं पूछना चाहता भी एनफोर्समेंट डायरैक्टरेट का जिहड़ा एडा वड्डा केस इन्ने सालों तो रुकिया पिया जलंधर के अंदर चिट्टे नूं लैके, ਉਹਦੇ वास्ते साडे मानयोग सीनियर लीडर्स ने कितनी बारी आवाज़ उठाई है। यह सब खोखली बनावटियां गल्लां अज अपने आप नूं एक हीरो दर्शाउण वास्ते, सिर्फ अपनी वडियाई लैण वास्ते अपनी मां पार्टी के नाल कान कर रहे हैं। यदा मैनूं भी अफसोस है, परंतु क्योंकि पार्टी की बदौलत असीं इत्थे हां, ना कि उन्हां दी बदौलत पार्टी है। मैं कांग्रेस अध्यक्षां नूं इन्हां लोकां दी फौरी तौर पर एक्सपल्शन वास्ते मंग करूँगा। मैनूं पता है अज कांग्रेस पार्टी नूं एक एक मैंबर राज्य सभा की लोड़ है, पर ये लोग जो सिर्फ चंद गनमैनां वास्ते अपनी सिक्योरिटी लैण वास्ते अपना धर्म बदल सकते हैं, अपनी पार्टी के खिलाफ अगर काम कर सकते हैं, वो लोग मौके आने की जरूरत पैण ते जिद्दण भीड़ पई पार्टी के नाल नहीं खड़नगे। मैं सारियां गल्लां कांग्रेस अध्यक्षा के ध्यान से लैके आऊँगा तो मैं मंग करूँगा भी इन्हां दे खिलाफ कार्रवाई की जाए। अदरवाइज इस किस्म दी आवाज़ां जिहड़ियां लिख रहे बहुत सारे लोग है जिहड़े मौका परस्त है, अज जिन्होंने कहणगे भी उन्हां दा अज साह घुट रहा है। मैं समझदा इस एप्रोप्रिएट टाइम, वेरी एप्रोप्रिएट टाइम टुडे भी वो उन्हां दा अज ही निबेड़ा हो जाए, ताकि पार्टी के अंदर जिहड़े बैठे है इस किस्म के विभीषण जिहड़े बैठे है उन्हां तो पार्टी नूं निजात मिले। थैंक यू। जाखड़ साहब, एक तुसीं जे राजस्थान की गल की, राजस्थान तो बाद तुहानूं लगदा हुण पंजाब दे विच फोकस कर रहे हैं बीजेपी जिवें तोड़न की राजनीति है। मैं तुहानूं कहा मेरा बीजेपी ते कोई दोष नहीं सब, मैनू दोष तो मैनू तो दुख तो अपने वाले ते भी उन्होंने कीमत की आखी है। देखो अमित शाह जी नूं हैट्स ऑफ टू हिम, जिहड़े बंदे ने राहुल गांधी जी ने जिस बंदे ते इन्ना विश्वास करके 3.5 साल कांग्रेस का अध्यक्ष बनाई रखा कि भी पार्टी नूं बचाओ, इन्हां तो 3.5 साल बाद उन्होंने उतारिया गया। वो बंदा 4 गनमैन वास्ते उन्होंने अपनी किरदार दिखाता, ਉਹਦੇ ਤੇ मैं की कमेंट करा। इस अमित शाह जी का बीजेपी का कोई दोष नहीं, तो साढ़े वाले का दोष है ਜਿਹੜੇ इस पासे तुर पे। कुछ विधायकों ने भी साइन किए उन्होंने भी कार्रवाई की अजे दोनों राज्य सभा में। देखो पार्टी तौर पर उदों कहा गया सी भी जाके अपनी गल कर लैन, पर उन्होंने ਜਿਹੜੇ विधायकों चों जिन्होंने साइन किए सी, अज तक तुसीं अखबार खोल के देखो एक ਜਿਹੜੇ विधायक है इन्होंने आप के ब्रदर है, उन्होंने पार्टी के नाल अपनी पूरी जी है अंदर की पूरी दिखाई है, पार्टी के नाल खड़े। थैंक यू सर।